ਸਿੱਖ ਚੈਨਲ ਦੇਖ ਰਹੀ ਯੂਕੇ ਯੂਰਪ ਅਤੇ ਦੇਸ਼ ਵਿਦੇਸ਼ ਦੀ ਸੰਗਤ ਦਾ ਸਵਾਗਤ ਹੈ। ਪ੍ਰੋਗਰਾਮ ਕਰੰਟ ਅਫੇਅਰਸ ਦੇ ਵਿੱਚ ਤੇ ਦੇਸ਼ ਵਿਦੇਸ਼ ਦੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਖਬਰਾਂ ਦੇ ਉੱਤੇ ਚਰਚਾ ਹੋਏਗੀ। ਮੇਰਾ ਸਾਥ ਦੇਣਗੇ ਸੀਨੀਅਰ ਪੱਤਰਕਾਰ ਸਰਦਾਰ ਜਸਬੀਰ ਸਿੰਘ ਜੀ ਪੱਟੀ। ਤੇ ਸਭ ਤੋਂ ਪਹਿਲੀ ਖਬਰ ਉਹ ਜਿਹੜੀ ਬੜੀ ਦੁਖਦਾਈ ਹੈ ਕਿ हैदराबाद ਦੇ ਵਿੱਚ ਇੱਕ ਵੈਟਨਰੀ ਡਾਕਟਰ ਪ੍ਰਿयंका ਰੈਡੀ ਦੇ ਨਾਲ ਬਲਾਤਕਾਰ ਹੁੰਦਾ ਆ। ਉਸ ਨੂੰ ਬਾਅਦ ਦੇ ਵਿੱਚ ਮਾਰ ਦਿੱਤਾ ਜਾਂਦਾ ਆ, ਉਹ ਵੀ ਬਹੁਤ ਬੁਰੇ ਤਰੀਕੇ ਦੇ ਨਾਲ। ਸੋ ਸਾਰੀ ਘਟਨਾ ਦੇ ਉੱਤੇ ਜਾਣਕਾਰੀ ਜਿਹੜੀ ਆ ਪੱਟੀ ਸਾਹਿਬ ਤੋਂ ਲਵਾਂਗੇ। ਤੇ ਸਭ ਤੋਂ ਪਹਿਲਾਂ ਪੱਟੀ ਸਾਹਿਬ ਨਾਲ ਪਾਉਂਦੇ ਆ ਫਤਿਹ ਦੀ ਸਾਂਝ। ਪੱਟੀ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਪੱਟੀ ਸਾਹਿਬ ਪਹਿਲੀ ਖਬਰ ਜਿਸ ਦਾ ਮੈਂ ਜ਼ਿਕਰ ਕੀਤਾ, ਕੀ ਕਹਿਣਾ ਚਾਹੋਗੇ? ਜਿਹੜੀ ਹੈਦਰਾਬਾਦ ਦੀ ਗੱਲ ਹੈ ਜੀ, ਇਹ ਕਿਸੇ ਵੇਲੇ ਆਂਧਰਾ ਪ੍ਰਦੇਸ਼ ਦੀ ਰਾਜਧਾਨੀ ਹੁੰਦੀ ਸੀ। ਅੱਜ ਕੱਲ੍ਹ ਤੇਲੰਗਾਨਾ ਜਿਹੜਾ ਵਾ ਸਟੇਟ, ਉਹਦੀ ਰਾਜਧਾਨੀ ਆ। ਬੜਾ ਮਹੱਤਵਪੂਰਨ ਇਹ ਸ਼ਹਿਰ ਆ। ਇੱਥੋਂ ਦੇ ਨਿਜ਼ਾਮ ਵੀ ਹੋਏ ਨੇ, ਬੜੀ ਇਹਦੀ ਇਤਿਹਾਸਕ ਮਹੱਤਤਾ ਬਹੁਤ ਜ਼ਿਆਦਾ ਹੈ। ਲੇਕਿਨ ਹੈਦਰਾਬਾਦ ਦੇ ਵਿੱਚ ਤੁਸੀਂ ਜੇ ਇਹ ਬਲਾਤਕਾਰ ਹੋਇਆ, ਇਹ ਕਿਉਂ ਹੋਇਆ? ਫਿਰ ਬਲਾਤਕਾਰ ਤੋਂ ਬਾਅਦ ਉਹ ਲੜਕੀ ਨੂੰ ਮਾਰ ਦਿੱਤਾ ਗਿਆ, ਸਾੜ ਦਿੱਤਾ ਗਿਆ। ਬੇਸਿਕਲੀ ਉਹ ਲੜਕੀ ਜਿਹੜੀ ਆ ਰੈਡੀ, ਉਹ ਵੈਟਰਨਰੀ ਡਾਕਟਰ ਸੀਗੀ। ਉਹ ਆਪਣਾ ਜਿਹੜਾ ਬਾਈਕ ਸੀ ਜਿਹੜੀ, ਉਹ ਲਾ ਕੇ ਜਾਂਦੀ ਸੀ ਇੱਕ ਟੋਲ ਪਲਾਜ਼ੇ ਦੇ ਉੱਤੇ। ਉਹ ਤੋਂ ਇੱਕ ਮੈਕਸੀ ਕੈਬ 'ਤੇ ਬੈਠ ਕੇ ਤੋਂ ਉਹ ਅੱਗੇ ਆਪਣੇ ਹੌਸਪੀਟਲ ਜਾਂਦੀ ਸੀਗੀ। ਅਤੇ ਜਦੋਂ ਉਹ ਵਾਪਸ ਆਈ, ਉਸ ਦਿਨ ਰੋਜ਼ ਤਾਂ ਜਾਂਦੀ ਸੀ। ਜਿਹੜੇ ਤੁਹਾਨੂੰ ਸ਼ਰਾਰਤੀ ਬੰਦੇ ਉਹਦੇ ਮੌਕਾ ਲੱਭਦੇ ਹੁੰਦੇ ਆ, ਉਹਨਾਂ ਨੇ ਕੀ ਕੀਤਾ ਵੀ ਉਹਦੀ ਜਿਹੜੀ ਸੀ ਬਾਈਕ, ਉਹਦੇ ਸਕੂਟਰ ਦੇ ਪਿਛਲੇ ਟਾਇਰ ਦੇ ਵਿੱਚ ਜਿਹੜਾ ਸੀ ਪੰਚਰ ਕਰ ਦਿੱਤਾ। ਹਨੇਰਾ ਹੋ ਗਿਆ, ਸਮਾਂ ਭਿਆਨਕ ਹੋ ਗਿਆ। ਔਰ ਉਹ ਆਪਣੀ ਘਰ ਦੀ ਨੂੰ ਫੋਨ, ਆਪਣੀ ਭੈਣ ਨੂੰ ਫੋਨ ਕਰਦੀ ਆ ਵੀ ਤੂੰ, ਮੈਨੂੰ ਡਰ ਲੱਗਦਾ ਇੱਥੋਂ, ਮੈਂ ਪਤਾ ਨਹੀਂ ਕਿਉਂ ਡਰ ਲੱਗ ਰਿਹਾ ਮੈਨੂੰ ਇੱਥੋਂ। ਤਾਂ ਉਹ ਜਿਹੜੇ ਬਦਮਾਸ਼ ਸੀ ਉਹ ਆਏ ਜੀ, ਨਹੀਂ ਤੁਹਾਡਾ ਜਿਹੜਾ ਸਕੂਟਰ ਦੀ ਪੈਂਚਰ ਲਵਾ ਦਿੰਦੇ ਆ। ਤਾਂ ਉਹ ਰੇੜ ਕੇ ਲੈ ਗਏ ਲਾਗੇ ਕਿਤੇ, ਕਹਿੰਦਾ ਜੀ ਪੰਚਰ ਵਾਲੀ ਦੁਕਾਨ ਬੰਦ, ਅਤੇ ਤੁਸੀਂ ਸਾਡੇ ਨਾਲ ਚਲੋ, ਤੁਹਾਨੂੰ ਛੱਡ ਦਿੰਦੇ ਅਸੀਂ। ਜਦੋਂ ਉਹਨੂੰ ਨਾਲ ਲੈ ਕੇ ਗਏ, ਡਰ ਤੋਂ ਉਹਨੂੰ ਹੈਗਾ ਸੀ, ਅਤੇ ਉਹਨਾਂ ਜਾ ਕੇ ਉਹਦਾ ਬਲਾਤਕਾਰ ਕੀਤਾ। ਬਲਾਤਕਾਰ ਤੋਂ ਬਾਅਦ ਉਹਨੂੰ ਪੁਲ ਤੋਂ ਥੱਲੇ ਸੁੱਟ ਦਿੱਤਾ ਗਿਆ। ਉਹ ਮਰ ਗਈ। ਮੁੜ ਕੇ ਉਹਨੂੰ ਦੇ ਅਸੀਂ ਥੋੜ੍ਹੀ ਦੂਰ ਜਾ ਕੇ 30 ਕਿਲੋਮੀਟਰ ਅੱਗੇ ਜਾ ਕੇ ਉਹਨੂੰ ਅੱਗ ਲਾ ਕੇ ਸਾੜ ਦਿੱਤਾ ਗਿਆ। ਇਹ ਘਟਨਾ ਦਾ ਰੌਲਾ ਪਿਆ। ਜੋ ਘਰ ਵਾਲੇ ਗਏ ਪੁਲਿਸ ਕੋਲ ਗਏ, ਪੁਲਿਸ ਕਹਿੰਦੇ ਜੀ ਭੱਜ ਗਈ ਹੋਣੀ ਕਿਸੇ ਨਾਲ, ਕਿਉਂ ਭੱਜ ਗਈ ਹੋਣੀ ਆ, ਸਾਨੂੰ ਕੀ ਪਤਾ ਇਹ ਗੱਲ ਦਾ, ਅਸੀਂ ਕਿੱਥੋਂ ਲੱਭੀ ਉਹਨੂੰ। ਜਦੋਂ ਪੁਲਿਸ ਇਸ ਤਰ੍ਹਾਂ ਗੱਲ ਕਰਨ ਲੱਗ ਪਈ, ਅਤੇ ਘਰ ਦੇ ਬੜੇ ਆਵਾਜ਼ਾਰ ਹੋ ਗਏ ਵੀ ਇਹ ਗੱਲ ਹੋ ਕੀ ਨਹੀਂ ਰਹੀ। ਫਿਰ ਥੋੜ੍ਹੀਆਂ ਜਿਹੀਆਂ ਸਮਾਜ ਸੇਵੀ ਜਥੇਬੰਦੀਆਂ ਅੱਗੇ ਆਈਆਂ। ਉਹਨਾਂ ਦੇ ਅੱਗੇ ਆਉਣ ਤੋਂ ਬਾਅਦ ਥੋੜ੍ਹਾ ਜਿਹਾ ਰੌਲਾ ਪੈ ਗਿਆ ਵੀ ਇੱਕ ਲਾਸ਼ ਮਿਲੀ ਆ ਸੜੀ। ਜਦੋਂ ਉਹ ਲਾਸ਼ ਦੀ ਗੱਲ ਚੱਲਦੀ ਅਤੇ ਫਿਰ ਪੁਲਿਸ ਦੀ ਹਵੜਾਦੜੀ ਮੱਚੀ। ਲੋਕ ਸੜਕਾਂ 'ਤੇ ਆ ਗਏ। ਲੋਕਾਂ ਨੇ ਫਿਰ ਜਿਹੜਾ ਸੀ ਰੌਲਾ ਪਾਇਆ। ਲੋਕ ਤਾਂ ਥਾਣੇ 'ਤੇ ਹਮਲਾ ਕਰਨ ਤਿਆਰ ਹੋਏ ਸੀਗੇ। ਹੁਣ ਸਵਾਲ ਇਹ ਪੈਦਾ ਹੁੰਦਾ ਵਾ ਵੀ ਉਹਦੀ ਵਿਚਾਰੀ ਸਾੜਿਆ ਉਹਨੂੰ ਕਿਉਂ ਗਿਆ, ਮਾਰਿਆ ਉਹਨੂੰ ਗਿਆ? ਬਲਾਤਕਾਰ ਤੁਸੀਂ ਕੀਤਾ, ਕਰ ਲਿਆ, ਛੱਡ ਦਿਓ, ਘੱਟੋ ਘੱਟ ਦੀ ਜਾਨ ਤਾਂ ਬਚ ਜਾਵੇ। ਲੇਕਿਨ ਉਹਦੇ ਤੋਂ ਬਾਅਦ ਇੱਕ ਲਾਸ਼ ਉੱਥੋਂ ਹੋਰ ਮਿਲੀ ਸੜੀ। ਇਹਦਾ ਮਤਲਬ ਇਹੋ ਜਿਹੀਆਂ ਘਟਨਾਵਾਂ ਉੱਥੇ ਆਮ ਅਕਸਰ ਵਾਪਰਦੀਆਂ ਨੇ, ਜਿਹਦੇ ਬਾਰੇ ਪ੍ਰਸ਼ਾਸਨ ਜਿਹੜਾ ਉਹ ਸੁਚੇਤ ਨਹੀਂ। ਹੁਣ ਉਹਨਾਂ ਦੇ ਘਰ ਵਾਲਿਆਂ ਨੇ ਜਦੋਂ ਫਿਰ ਪੁਲਿਸ 'ਤੇ ਪ੍ਰੈਸ਼ਰ ਪਾਇਆ, ਅਤੇ ਫਿਰ ਪੁਲਿਸ ਨੇ CCTV ਕੈਮਰੇ ਖੰਗਾਲੇ, ਅਤੇ CCTV ਕੈਮਰਿਆਂ ਦੇ ਵਿੱਚ ਜਿਹੜਾ ਸੀ ਫਿਰ ਇੱਕ ਪੰਚਰ ਵਾਲਾ ਜਿਹੜਾ ਸੀਗਾ, ਉਹਦੇ ਕੋਲ ਗੱਲ ਚੱਲਦੀ ਵੀ ਕਿਵੇਂ ਇੱਥੇ ਆਏ, ਕਿਵੇਂ ਗਏ, ਕੀ ਕੀਤਾ। ਉੱਥੋਂ ਗੱਲ ਚੱਲਦੀ ਫਿਰ CCTV ਕੈਮਰੇ ਖੰਗਾਲੇ, ਅਤੇ ਉਹਦੇ ਵਿੱਚ ਪਤਾ ਲੱਗ ਗਿਆ ਵੀ ਇਹ ਉਹਨੂੰ ਅਗਵਾ ਕਰਕੇ ਲੈ ਗਏ ਸੀ। ਜਿਹੜੇ ਬੰਦਿਆਂ ਨੇ ਅਗਵਾ ਕੀਤਾ ਸੀ, ਪੁਲਿਸ ਨੇ ਉਹ 4 ਬੰਦੇ ਫੜ ਲਏ। ਲੋਕ ਸੜਕਾਂ 'ਤੇ ਆ ਗਏ ਵੀ ਅਸੀਂ ਗੋਲੀ ਮਾਰ ਦੇਣੀ, ਅਸੀਂ ਮਾਰਦਾ ਛੱਡਾਂਗੇ ਇਹਨਾਂ ਨੂੰ। ਪੁਲਿਸ ਨੂੰ ਆਪਣਾ ਥਾਣਾ ਬਚਾਉਣ ਦੀ ਖਾਤਰ ਜਿਹੜਾ ਸੀਗਾ ਉਹ ਹੋਰ ਫੋਰਸ ਬੁਲਾਉਣੀ ਪਈ, ਅਤੇ ਉਹਨਾਂ ਨੂੰ ਨਿਆਇਕ ਹਿਰਾਸਤ ਭੇਜਣਾ ਪਿਆ, ਬਲ ਜੇਲ੍ਹ ਭੇਜਣਾ ਪਿਆ ਉਹਨਾਂ ਨੂੰ। ਉਹਨਾਂ ਦੀ ਪੜਤਾਲ ਵੀ ਨਹੀਂ ਇੱਥੇ ਕੋਈ, ਜੇਲ੍ਹ ਭੇਜ ਦਿੱਤਾ ਗਿਆ ਉਹਨਾਂ ਨੂੰ। ਹੁਣ ਸਵਾਲ ਇਹ ਪੈਦਾ ਹੁੰਦਾ ਵੀ ਇਹ ਘਟਨਾਵਾਂ ਵਾਪਰ ਕਿਉਂ ਰਹੀਆਂ? ਤੁਸੀਂ ਵੇਖੋ ਤਾਂ ਨਿਰਭਇਆ ਕਾਂਡ ਹੋਇਆ 2012 ਦੇ ਵਿੱਚ, 7 ਸਾਲ ਪਹਿਲਾਂ ਨਿਰਭਇਆ ਕਾਂਡ ਹੋਇਆ। ਨਿਰਭਇਆ ਕਾਂਡ ਦੇ ਵਿੱਚ ਜਿਹੜੀ ਉਹਦੀ ਮਾਤਾ ਵਾ ਨਿਰਭਇਆ ਦੀ, ਉਹ ਦਰ ਧੱਕੇ ਖਾਂਦੀ ਫਿਰਦੀ ਵੀ ਇਹਦੇ ਦੋਸ਼ੀਆਂ ਨੂੰ ਫਾਂਸੀ ਲਾਓ। ਫਾਂਸੀ 'ਚ ਪ੍ਰੋਵੀਜ਼ਨ ਰੱਖੀ ਆ, ਤੁਸੀਂ ਕੀਤਾ ਵੀ ਫਾਂਸੀ ਲਾਈ ਜਾਊਗੀ ਬਲਾਤਕਾਰ ਦੇ ਦੋਸ਼ੀਆਂ ਨੂੰ, ਤਾਂ ਕਿਉਂ ਨਹੀਂ ਲਾਈ ਜਾ ਰਹੀ? ਜਦੋਂ ਕੋਰਟ ਨੇ ਉਹਦੀ ਫਾਂਸੀ ਬਹਾਲ ਕੀਤੀ, ਸੁਪਰੀਮ ਕੋਰਟ ਤੱਕ ਗਈ ਹੈ, ਇਹਨਾਂ ਨੂੰ ਦੋਸ਼ੀਆਂ ਨੂੰ ਫਾਂਸੀ ਲਾਓ। ਉਹ 'ਚੋਂ ਇੱਕ ਵਿਅਕਤੀ ਜਿਹੜੀ ਰਾਸ਼ਟਰਪਤੀ ਨੂੰ ਅਪੀਲ ਕੀਤੀ ਸੀ, ਅਪੀਲ, ਅਤੇ ਉਹਦੇ ਉੱਤੇ ਜਿਹੜੀ ਸੀ ਕੱਲ੍ਹ ਸਾਡੀ ਦਿੱਲੀ ਸਰਕਾਰ, ਉਹਨਾਂ ਨੇ ਸਿਫਾਰਿਸ਼ ਕਰਤੀ ਵੀ ਨਹੀਂ, ਇਹਦੀ ਫਾਂਸੀ ਦੀ ਸਜ਼ਾ ਰੱਦ ਨਹੀਂ ਹੋਣੀ ਚਾਹੀਦੀ। 29 ਨਵੰਬਰ ਨੂੰ ਜਾ ਕੇ ਨਿਰਭਇਆ ਦੀ ਮਾਂ ਜਿਹੜੀ ਆ ਉਹ ਅਦਾਲਤ 'ਚ ਪੇਸ਼ ਹੋਈ ਵੀ ਤੁਸੀਂ ਇਹਨੂੰ ਫਾਂਸੀ ਕਿਉਂ ਨਹੀਂ ਲਾਉਂਦੇ? ਅਤੇ ਕੋਰਟ ਨੇ ਕਹਿ ਦਿੱਤਾ ਜੀ ਇਹਦੀ ਅਜੇ ਅਪੀਲ ਪੈਂਡਿੰਗ ਪਈ, ਅਸੀਂ ਇਹਦੇ ਆਰਡਰ ਡੈਥ ਵਾਰੰਟ ਜਾਰੀ ਨਹੀਂ ਕਰ ਸਕਦੇ। ਅਸੀਂ ਸਵਾਲ ਇਹ ਪੈਦਾ, 7 ਸਾਲਾਂ ਤੁਸੀਂ ਇੱਕ ਕੇਸ ਦਾ ਫੈਸਲਾ ਨਹੀਂ ਕਰ ਸਕੇ, ਗਾਂ ਤੁਸੀਂ ਕੀ ਕਰੋਗੇ? ਇਸ ਕਰਕੇ ਸਾਡੀ ਜਿਹੜੀ ਜੁਡੀਸ਼ਰੀ ਆ ਉਹ ਜੂੰ ਤੋਰ ਨਹੀਂ, ਜੂੰ ਤੋਂ ਵੀ ਘੱਟ ਤੁਰਦੀ।
ਲੱਖਾਂ ਦੀ ਕਰੋੜਾਂ ਕੇਸ ਪੈਂਡਿੰਗ ਪਏ ਨੇ ਕੋਰਟਾਂ ਦੇ ਵਿੱਚ। ਜੱਜ ਆਉਂਦੇ ਆ ਜਾਂਦੇ ਆ, ਜੱਜ ਆਉਂਦੇ ਆ ਜਾਂਦੇ ਆ। ਜੇ ਜੱਜ ਆ ਗਿਆ ਤੇ ਵਕੀਲ ਆ ਗਿਆ, ਦੂਜਾ ਵਕੀਲ ਨਹੀਂ ਆਇਆ, ਬਹਿਸ ਨਹੀਂ ਹੋਈ, ਜਾਣ ਬੁੱਝ ਕੇ ਕੇਸਾਂ ਨੂੰ ਮੁਕਾਇਆ ਜਾਂਦਾ। ਇਸ ਕੇਸ ਦੇ ਵਿੱਚ ਵੀ ਹੁਣ ਲੋਕਾਂ ਦੀ ਮੰਗ ਆ ਵੀ ਇਹ ਉਹ ਨਿਰਭਇਆ ਕਾਂਡ ਦੇ ਵਿੱਚ ਜਿਹੜੀ ਗੱਲ ਕੀਤੀ ਆਪਾਂ, ਤੇ ਜੇ ਉਹਨਾਂ ਨੂੰ ਹੋ ਜਾਂਦੀ ਫਾਂਸੀ ਲੱਗਦੀ ਹੈ ਜਾਂ ਨਹੀਂ ਲੱਗਦੀ ਨਹੀਂ ਪਤਾ ਅਜੇ ਤੱਕ ਮੈਂ ਕਿਹਾ ਕਾਫੀ ਦੇਰ ਹੋ ਗਈ ਫਾਂਸੀ ਕਿਸੇ ਨੂੰ ਲੱਗੀ ਦੀ, 'ਚ ਫਾਂਸੀ ਲੱਗਦੀ ਨਹੀਂ ਲੱਗਦੀ ਇਹ ਨਹੀਂ ਪਤਾ। ਕੋਈ ਹੋ ਸਕਦਾ ਕੋਈ ਹੋਰ ਪਟੀਸ਼ਨ ਪੈ ਜਾਏ, ਜੇ ਪੈ ਜਾਏ, ਕੋਈ ਗੱਲਾਂ ਹੁੰਦੀਆਂ ਨੇ। ਕਈ ਲੋਕਾਂ ਦਾ ਇਹ ਆ ਵੀ ਇਹਨਾਂ ਦੇ ਅੰਗ ਕੱਟਦੇ ਜਾਣ, ਵੀ ਸਾਰੀ ਉਮਰ ਇਹਨਾਂ ਨੂੰ ਜਿਹੜੇ ਅਪਾਹ ਜਿਹੜੇ ਪਤਾ ਲੱਗੇ ਵੀ ਕਿਵੇਂ ਅਸੀਂ ਜ਼ਿੰਦਗੀ ਜੀਣੀ ਹੈ ਤੇ ਕਿਵੇਂ ਰਹਿਣਾ, ਅਸੀਂ ਸਹੀ ਕਿਹੜਾ ਕੰਮ ਕੀਤਾ ਅਸੀਂ। ਲੇਕਿਨ ਹੁਣ ਸਵਾਲ ਇਹ ਪੈਦਾ ਵੀ ਉਹ ਪਰਿਵਾਰ ਵਾਲੇ ਕਹਿ ਰਹੇ ਆ ਵੀ ਇਹਨਾਂ ਨੂੰ ਇਮੀਡੀਏਟਲੀ ਫਾਂਸੀ ਲਾਓ। ਉੱਥੋਂ ਦੇ ਮੁੱਖ ਮੰਤਰੀ ਨੇ 4 ਦਿਨ ਬਾਅਦ ਆਪਣੀ ਜ਼ਬਾਨ ਖੋਲ੍ਹੀ ਆ ਵੀ ਅਸੀਂ ਫਾਸਟ ਟਰੈਕ 'ਚ ਕੇਸ ਲਾ ਕੇ ਤੇ ਇਹਨਾਂ ਦੋਸ਼ੀਆਂ ਨੂੰ ਤੁਰੰਤ ਸਜ਼ਾਵਾਂ ਦਵਾਵਾਂਗੇ। ਸਜ਼ਾਵਾਂ ਕਾਹਦੀਆਂ? ਜਦੋਂ ਤੁਸੀਂ ਪ੍ਰੋਵੀਜ਼ਨ ਰੱਖੀ ਫਾਂਸੀ ਦੀ, ਫਾਂਸੀ ਲਾਓ ਉਹਨਾਂ ਨੂੰ। ਇਹਦੇ ਵਿੱਚ ਮੁੜ ਕੇ ਫਿਰ ਕਈ ਵਿਚੋਲੇ ਪੈਣਗੇ, ਪੈਸੇ ਲੈ ਲਓ, ਇਹ ਕਰ ਲਓ, ਉਹ ਕਰ ਲਓ, ਉਹ ਸਾਰੇ ਪੈਣਗੇ ਵਿੱਚ ਇਹਦੇ। ਇਸ ਕਰਕੇ ਸਾਡਾ ਸਿਸਟਮ ਜਿਹੜਾ ਜੁਡੀਸ਼ਰੀ ਦਾ ਉਹ ਕੋਈ ਏਡਾ ਵਧੀਆ ਨਹੀਂ ਹੈਗਾ। ਜੱਜ ਬੈਠੇ ਨੇ ਕੋਰਟਾਂ ਦੇ ਵਿੱਚ, ਜਿਹੜਾ ਬੰਦਾ ਕੋਈ ਮਾਮੂਲੀ ਕਾਬੂ ਆਉਂਦਾ ਉਹਦੇ ਤੇ ਚੜ੍ਹੀ ਜਾਂਦੇ ਸਾਰੇ, ਤੇ ਜਿਹੜਾ ਤਕੜਾ ਬੰਦਾ ਉਹਨੂੰ ਪੁੱਛ ਪੜਤਾਲ ਕੋਈ ਨਹੀਂ ਹੈਗੀ। ਇਸ ਕਰਕੇ ਮੈਂ ਸੋਚਦਾ ਵੀ ਜੁਡੀਸ਼ਰੀ ਸਿਸਟਮ ਥੋੜ੍ਹਾ ਸੁਧਾਰਨਾ ਪਊਗਾ, ਪ੍ਰਸ਼ਾਸਨ ਨੂੰ ਸੁਧਾਰਨਾ ਪਊਗਾ। ਹੁਣ ਰਾਂਚੀ ਦੇ ਵਿੱਚ ਇਸੇ ਤਰ੍ਹਾਂ 12 ਨਵੰਬਰ ਨੂੰ ਇੱਕ ਕਾਂਡ ਹੋਇਆ। ਉਹ ਲੜਕੀ ਵੀ ਜਿਹੜੀ ਸੀ ਕਾਲਜ ਪੜ੍ਹਦੀ ਸੀ, ਉਹਨੂੰ ਅਗਵਾ ਕਰਕੇ ਉਹਦਾ ਬਲਾਤਕਾਰ ਕੀਤਾ ਗਿਆ। ਬਲਾਤਕਾਰ ਕਿੱਥੇ ਹੋਇਆ? ਜਿਸ ਇਲਾਕੇ ਦੇ ਵਿੱਚ ਉੱਥੇ ਦੇ DGP ਦੀ ਰਿਹਾਇਸ਼ ਆ, ਜਿਸ ਇਲਾਕੇ 'ਚ ਉੱਥੋਂ ਦੇ ਮੁੱਖ ਮੰਤਰੀ ਦੀ ਰਿਹਾਇਸ਼ ਆ, ਜਿਸ ਇਲਾਕੇ 'ਚ ਉੱਥੋਂ ਦੇ ਚੀਫ ਜਸਟਿਸ ਦੀ ਰਿਹਾਇਸ਼ ਆ, ਝਾਰਖੰਡ ਦਾ ਜੀ। ਤੇ ਜੇ ਉੱਥੇ ਬਲਾਤਕਾਰ ਹੋਣ ਦੇ ਤਾਂ ਬਾਕੀ ਤੁਸੀਂ ਸਿਕਿਉਰਿਟੀ ਕਿਸ ਨੂੰ ਕੀ ਦਿਓਗੇ? ਇਸ ਕਰਕੇ ਸਾਨੂੰ ਥੋੜ੍ਹਾ ਸਮਾਜਿਕ ਤੌਰ 'ਤੇ ਵੀ ਅਵੇਅਰ ਹੋਣਾ ਚਾਹੀਦਾ ਵਾ। ਕੁਛ ਲੜਕੀਆਂ ਜਿਹੜੀਆਂ ਉਹ ਵੀ ਆਪਣੇ ਲੈਵਲ 'ਤੇ ਕੋਸ਼ਿਸ਼ ਕਰਨ ਵੀ ਆਪਣੀ ਰੱਖਿਆ ਦੀ ਜਿਹੜੀ ਅਸੀਂ ਉਹ ਮਾਰਸ਼ਲ ਆਰਟ ਦੀ ਟ੍ਰੇਨਿੰਗ ਲੈਣ, ਵੀ ਕਿਵੇਂ ਬਚਣਾ ਦਰਿੰਦਿਆਂ ਕੋਲੋਂ। ਫਿਰ ਹਨੇਰੇ ਸਵੇਰੇ, ਮੈਂ ਤਾਂ ਕਹੂੰਗਾ ਹਨੇਰੇ ਸਵੇਰੇ ਜਾਣ ਤੋਂ ਗੁਰੇਜ਼ ਕਰਨ ਲੜਕੀਆਂ, ਕਿ ਉਹ ਹਾਲਾਤ ਬੜੇ ਮਾੜੇ ਚੱਲ ਰਹੇ ਆ। ਔਰ ਸਰਕਾਰ ਨੂੰ ਚਾਹੀਦਾ ਵੀ ਇਹਨਾਂ ਲੜਕੀਆਂ ਨੂੰ ਪੂਰੀ ਸੁਰੱਖਿਆ ਪ੍ਰਦਾਨ ਕਰੇ। ਤੁਸੀਂ ਵੇਖੋ ਮਹਾਰਾਜਾ ਰਣਜੀਤ ਸਿੰਘ ਦਾ ਰਾਜ 40 ਸਾਲ ਰਿਹਾ। ਜਦੋਂ ਕੋਈ ਪੱਟੀ ਸਾਹਿਬ ਵੱਡੀ ਘਟਨਾ ਵਾਪਰਦੀ ਹੈ, ਉਸ ਤੋਂ ਬਾਅਦ ਦੇ ਵਿੱਚ ਸਰਕਾਰ ਵੀ, ਪੁਲਿਸ ਪ੍ਰਸ਼ਾਸਨ ਵੀ ਐਕਟਿਵ ਹੋ ਜਾਂਦਾ, ਪਰ ਬਾਅਦ 'ਚ ਫਿਰ ਪਰਨਾਲਾ ਉੱਥੇ ਦਾ ਉੱਥੇ ਰਹਿੰਦਾ। ਮੈਂ ਉਹੀ ਤੁਹਾਨੂੰ ਕਹਾਂ ਤੁਹਾਨੂੰ ਜੀ, ਪਰਨਾਲਾ ਵੀ ਉੱਥੇ ਰਹਿੰਦਾ, ਕੋਈ ਅਮੈਂਡਮੈਂਟ ਨਹੀਂ ਕੀਤੀ ਜਾਂਦੀ, ਸਿਵਾਏ ਜਿਹੜੇ ਸਾਡੇ ਪੋਲੀਟੀਸ਼ੀਅਨ ਉਹਨਾਂ ਨੂੰ ਆਪਣੇ ਸਿਆਸੀ ਬਿਆਨ ਦੇਣ ਤੋਂ ਸਿਵਾਏ ਕੰਮ ਹੀ ਕੋਈ ਨਹੀਂ ਹੈਗਾ, ਜਾਂ ਲੁੱਟਣ ਤੋਂ ਸਿਵਾਏ ਜਾਂ ਬਿਆਨ ਤੋਂ ਸਿਵਾਏ। ਜੁਡੀਸ਼ਰੀ ਜਿਹੜੀ ਜੂਨ ਤੋਂ ਚੱਲਣ ਰਹੀ ਹੈ, ਸਾਡੇ ਜੱਜ ਹੀ ਪੂਰੇ ਨਹੀਂ ਹੈਗੇ। ਜੇ ਪੂਰੇ ਹੈਗੇ ਬਹੁਤੇ ਕੰਮ ਨਹੀਂ ਕਰਦੇ ਹੋ। ਇਸ ਕਰਕੇ ਜੁਡੀਸ਼ਰੀ, ਫਿਰ ਤੁਹਾਨੂੰ ਬਤਾਈਏ ਇਸ ਵਿੱਚ ਕੁਝ, ਮੈਂ ਸਾਰੇ ਜੱਜਾਂ ਦੀ ਗੱਲ ਨਹੀਂ ਕਰਦਾ, ਕੁਝ ਜੱਜਾਂ ਦੇ ਦੋਸ਼ ਵੀ ਲੱਗੇ। 4 ਜੱਜਾਂ ਨੇ ਪ੍ਰੈਸ ਨੂੰ ਕਰਕੇ ਸੁਪਰੀਮ ਕੋਰਟ ਨੇ ਕਿਹਾ ਵੀ ਇੱਥੇ ਸਭ ਠੀਕ ਨਹੀਂ, ਸਭ ਅੱਛਾ ਨਹੀਂ। ਜੇ ਉਹ ਜੱਜ ਪੱਤਰਕਾਰ ਸੰਮੇਲਨ ਕਰਕੇ ਦੱਸਦੇ ਆ ਤੇ ਕੁਛ ਨਾ ਕੁਛ ਕਿਤੇ ਗੜਬੜ ਹੈਗੀ ਹੈ ਨਾ। ਤੇ ਸਰਕਾਰ ਨੂੰ ਚਾਹੀਦਾ ਵੀ ਇਹਨਾਂ ਵੱਲ ਖਾਸ ਧਿਆਨ ਦੇਵੇ, ਕਿ ਖਾਸ ਕਰਕੇ ਮਹਿਲਾਵਾਂ ਦੀ ਜਿਹੜੀ ਸੁਰੱਖਿਆ ਉਹਦੇ ਵਾਸਤੇ ਧਿਆਨ ਦੇਵੇ। ਅਜੇ ਤੱਕ ਜਿਹੜਾ ਇਹਨਾਂ ਨੇ ਨੈਸ਼ਨਲ ਲੈਵਲ 'ਤੇ 112 ਨੰਬਰ ਜਿਹੜਾ ਦਿੱਤਾ ਵਾ, ਇੱਕ ਟੈਲੀਫੋਨ ਨੰਬਰ, 10 ਸਟੇਟਾਂ ਨੇ ਲਾਗੂ ਨਹੀਂ ਕੀਤਾ ਅਜੇ ਤੱਕ ਉਹਨੂੰ। ਜਿਹੜੇ ਨਿਰਭਇਆ ਫੰਡ ਸ਼ੁਰੂ ਕੀਤੇ ਸੀ ਇਹਨਾਂ ਨੇ, ਉਹਦੇ ਵਿੱਚ ਔਰਤਾਂ ਦੀ ਸੁਰੱਖਿਆ ਵਾਸਤੇ ਕਈ ਜਿਹੜੀ ਸਟੇਟਸ ਨੇ, ਪਹਿਲੀ ਗੱਲ ਤਾਂ 12 ਸਟੇਟਾਂ ਨੇ ਪੈਸੇ ਵਰਤੇ ਹੀ ਨਹੀਂ। ਤੇ ਜਿਨ੍ਹਾਂ ਵਰਤੇ, ਜਿਹਨੂੰ 100 ਕਰੋੜ ਹੋਏਗਾ ਅਲਾਟ ਹੋਇਆ, ਉਹਨੇ 1 ਕਰੋੜ ਵਰਤਿਆ, 2 ਕਰੋੜ ਵਰਤਿਆ, ਕਿਉਂਕਿ ਉੱਥੋਂ ਖਾਧ ਨਹੀਂ ਜਾਣੇ। ਜੇ ਖਾਧੇ ਜਾਣੇ ਤਾਂ ਆਪੇ ਖਾ ਖੂ ਜਾਣੇ। ਇਸ ਕਰਕੇ ਮੈਂ ਸੋਚਦਾ ਵੀ ਸਰਕਾਰ ਨੂੰ ਆਪਣੇ ਕੰਮ ਕਾਰ ਦੇ ਵਿੱਚ ਤਬਦੀਲੀ ਕਰਨੀ ਚਾਹੀਦੀ, ਅਤੇ ਸੁਰੱਖਿਆ ਬਲਾਂ ਨੂੰ ਜਿਹੜੀ ਸੀ ਹੋਰ ਲੋਕਾਂ ਦੀ ਸੁਰੱਖਿਆ ਨੂੰ, ਉਹਨਾਂ ਦੀ ਜਾਨ ਮਾਲ ਦੀ ਰਾਖੀ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਜੀ। ਪੱਟੀ ਸਾਹਿਬ, ਕੈਪਟਨ ਅਮਰਿੰਦਰ ਸਿੰਘ ਦਾ ਇੱਕ ਵਾਰ ਫਿਰ ਬਿਆਨ ਆਇਆ ਆ ਕਿ ਪਾਕਿਸਤਾਨ ਜਿਹੜਾ ਆ ਉਹ ਇਰਾਦੇ ਉਸਦੇ ਜਿਹੜੇ ਬੇਨਕਾਬ ਹੋ ਗਏ ਨੇ। ਜਿਹੜਾ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਖੋਲ੍ਹਿਆ ਗਿਆ, ਉਸ ਨੂੰ ਲੈ ਕੇ ਇਸ ਬਿਆਨ ਨੂੰ ਕਿਵੇਂ ਦੇਖਦੇ ਜੇ? ਕਹਿੰਦੇ ਪਾਕਿਸਤਾਨ ਦੇ ਮੰਤਰੀ ਨੇ ਇੱਕ ਨੇ ਬਿਆਨ ਦਿੱਤਾ ਆ ਕਿ ਇਹ ਸਿਹਰਾ ਜਿਹੜਾ ਕੋਰੀਡੋਰ ਖੋਲ੍ਹਣ ਦਾ, ਇਹ ਪਾਕਿਸਤਾਨ ਦੇ ਫੌਜ ਮੁਖੀ ਨੂੰ ਜਾਂਦਾ ਹੈ। ਇਸ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਵੇਖੋ ਜੀ, ਉਹ ਰੇਲ ਮੰਤਰੀ ਦਾ ਰਸ਼ੀਦ, ਉਹਦਾ ਬਿਆਨ ਹਮੇਸ਼ਾ ਹੀ ਟੁੱਟਾ ਫੁੱਟਾ ਜਿੱਦਾਂ ਨਹੀਂ ਹੁੰਦਾ ਵਾ। ਉਹਨੇ ਇੰਨੀ ਗੱਲ ਕਹੀ ਆ ਵੀ ਲਾਂਘਾ ਖੋਲ੍ਹਣ ਦੀ ਜਿਹੜੀ ਵਿਚਾਰਧਾਰਾ ਸੀ, ਜਿਹੜੀ ਦੇਣ ਸੀ, ਉਹ ਕਬਰ ਜਬਦੇ ਬਾਜਵਾ ਦੇ ਸੀ, ਜਿਹੜਾ ਸਿਰਫ ਫੌਜ ਮੁਖੀ ਆ, ਅਤੇ ਇਹਦੇ ਨਾਲ ਹਿੰਦੁਸਤਾਨ ਨੂੰ ਹਾਨੀ ਹੋਏਗੀ। ਬਿਲਕੁਲ ਇੱਥੇ ਰਿਐਕਟ ਕੀਤਾ ਕੈਪਟਨ ਨੇ, ਠੀਕ ਕੀਤਾ ਵੀ ਅਸੀਂ ਇਹਨਾਂ ਦੇ ਮਨਸੂਬੇ ਜਿਹੜੇ ਸਫਲ ਨਹੀਂ ਹੋਣ ਦਿਆਂਗੇ। ਲੇਕਿਨ ਨਾਲ ਹੀ ਸਾਡੇ ਜਿਹੜੇ ਕੇਂਦਰੀ ਮੰਤਰੀ ਨੇ, ਜਿਨ੍ਹਾਂ ਕੱਲ੍ਹ BSF ਡੇ ਬਣਾਇਆ, ਤਾਂ ਉਹਨਾਂ BSF ਦੀ ਸ਼ਲਾਘਾ ਕੀਤੀ ਹੈ ਵੀ BSF ਬੜਾ ਵਧੀਆ ਕੰਮ ਕਰ ਸਕਦੀ ਹੈ, ਅਤੇ ਸਾਡੇ ਦੇਸ਼ ਨੂੰ ਕੋਈ ਖਤਰਾ ਕਿਤੋਂ ਨਹੀਂ ਹੈਗਾ। BSF ਸਰਹੱਦਾਂ ਦੀ ਅੱਖੀ ਪ੍ਰੋਪਰਲੀ ਕਰ ਰਹੀ ਹੈ, ਘੁਸਪੈਠ ਨੂੰ ਬੰਦ ਕਰ ਰਹੀ ਹੈ। ਇਸ ਕਰਕੇ ਜੋ ਉਹ ਇਹ ਗੱਲ ਕਹਿੰਦੇ ਆ, ਅਤੇ ਇਹ ਕੈਪਟਨ ਸਾਹਿਬ ਜਿਹੜੇ ਸਿੱਧੇ ਡਾਂਗਾ ਮਾਰਦੇ, ਨਹੀਂ ਮਾਰਨੀ ਚਾਹੀਦੀ ਇਹਨਾਂ ਨੂੰ, ਕਿ ਜੇ ਕਰਤਾਰਪੁਰ ਲਾਂਘਾ ਖੁੱਲ੍ਹਾ ਤਾਂ ਬੜੀਆਂ ਕੋਸ਼ਿਸ਼ਾਂ ਦੇ ਬਾਅਦ ਖੁੱਲ੍ਹਾ ਵਾ, ਬੜਾ ਕੁਛ ਕਰਨ ਦੇ ਬਾਅਦ ਖੁੱਲ੍ਹਾ ਵਾ।
ਇਸ ਕਰਕੇ ਇਹ ਗੱਲ ਕਰਨ, ਅਸੀਂ ਨਹੀਂ ਕਹਿੰਦੇ ਕਰਨ, ਕਹਿੰਦਾ ਠੀਕ ਕੀਤਾ ਵਾ। ਉਹ ਰੇਲ ਮੰਤਰੀ ਤੇ ਵੀ ਕਹਿੰਦਾ ਸਾਡੇ ਕੋਲ 250 ਗ੍ਰਾਮ ਦੇ ਐਟਮ ਬੰਬ ਹੈਗਾ ਜੀ। ਉਹਨੂੰ ਬੰਦਾ ਪੁੱਛੇ ਕਿਹੜੇ ਤੇਰੇ ਪਿਓ ਨੇ ਬਣਾਤੇ ਵੀ ਹੈ, ਕਿੱਥੇ ਫੈਕਟਰੀ ਲਾਈ ਘਰੇ ਤੁਸੀਂ ਆਪਣੇ? ਐਟਮ ਬੰਬ ਹੁੰਦਾ ਵਾ। ਇਸੇ ਕਰਕੇ ਉਹਦੀ ਮੈਂ ਸੋਚਦਾ ਬਹੁਤੀ ਕੋਈ ਪੇਨ ਲੈਣ ਦੀ ਲੋੜ ਨਹੀਂ। ਲੇਕਿਨ ਕੈਪਟਨ ਸਾਹਿਬ ਨੇ ਜਿੰਨਾ ਕੁ ਦਬਾਅ ਦਿੱਤਾ ਇਹਨੇ ਕਾਫੀ ਆ। ਲੇਕਿਨ ਕੈਪਟਨ ਸਾਹਿਬ ਲਾਂਘਾ ਬੰਦ ਕਰਾਉਣ ਵਾਲੇ ਪਾਸੇ ਨਾ ਆਉਣ। ਜੇ ਲਾਂਘਾ ਖੁੱਲ੍ਹਾ ਵਾ ਨਾ, ਲਾਂਘਾ ਬੰਦ ਕਰਾਉਣ ਵਾਲੇ ਪਾਸੇ ਨਾ ਆਉਣ। ਇਹ ਠੀਕ ਹੈ, ਉਹਨਾਂ ਨੂੰ ਤਾੜਨਾ ਕਰਤੀ ਹੈ। ਸਾਡੀਆਂ ਸੁਰੱਖਿਆ ਏਜੰਸੀਆਂ ਨੂੰ ਹੋਰ ਮਜ਼ਬੂਤ ਕਰੋ, ਉਹਨਾਂ ਨੂੰ ਹੋਰ ਸਤਰਕ ਕਰੋ, ਉਹ ਹੋਰ ਵਿਜੀਲੈਂਟ ਹੋਣ, ਉਸ ਪਾਸੇ ਧਿਆਨ ਦਿਓ। ਬਾਕੀ ਲਾਂਘਾ ਜਿਹੜਾ ਵਾ ਖੁੱਲ੍ਹਾ, ਉਹਨੂੰ ਖੁੱਲ੍ਹਾ ਰਹਿਣਾ ਜਾਵੇ। ਪੱਟੀ ਸਾਹਿਬ, ਲਾਂਘਾ ਖੁੱਲ੍ਹਾ ਆ ਤੇ ਸੰਗਤਾਂ ਦੀ ਗਿਣਤੀ ਵੀ ਲਗਾਤਾਰ ਵੱਧਦੀ ਜਾ ਰਹੀ ਆ। ਪਹਿਲੇ ਹਫਤੇ ਦੇ ਵਿੱਚ ਸੰਗਤਾਂ ਜਿਹੜੀਆਂ ਉਹ ਕਾਫੀ ਘੱਟ ਗਿਣਤੀ ਰਹੀ ਸੀ, ਪਰ ਹੁਣ ਜਿਉਂ-ਜਿਉਂ ਸਮਾਂ ਬੀਤਦਾ ਜਾ ਰਿਹਾ ਵਾ, ਸ਼ਾਇਦ ਥੋੜ੍ਹਾ ਪਤਾ ਲੱਗਦਾ ਜਾ ਰਿਹਾ ਕਿਵੇਂ ਅਪਲਾਈ ਕਰਨਾ ਕਿੱਦਾਂ ਵਾ। ਨਾਲ ਸ਼੍ਰੋਮਣੀ ਕਮੇਟੀ ਨੇ ਵੀ ਕੁਝ ਜਗ੍ਹਾ ਦੇ ਉੱਤੇ ਜਿਹੜੇ ਸੈਂਟਰ ਆ ਉਹ ਖੋਲ੍ਹੇ ਆ, ਤੇ ਜਿਹੜੇ ਪ੍ਰਾਈਵੇਟ ਤੌਰ ਦੇ ਉੱਤੇ ਵੀ ਕੋਈ ਅਪਲਾਈ ਕਰ ਰਹੇ ਆ ਕਿਸੇ ਕੈਫੇ ਤੋਂ ਜਾਂ ਕਿਤੇੋਂ, ਉਹਨਾਂ ਨੂੰ ਵੀ ਸ਼ਾਇਦ ਥੋੜ੍ਹਾ ਬਹੁਤ ਪਤਾ ਲੱਗ ਰਿਹਾ ਆ। ਤੇ ਹੁਣ ਥੋੜ੍ਹਾ ਜਿਹਾ ਗਿਣਤੀ ਜਿਹੜੀ ਆ ਉਹ ਵਧਣੀ ਸ਼ੁਰੂ ਹੋਈ ਆ। ਵੇਖੋ ਜੀ, ਕੱਲ੍ਹ ਜਿਹੜਾ ਜੱਥਾ ਗਿਆ, ਪਹਿਲੀ ਵਾਰੀ 2000 ਜੱਥਾ ਗਿਆ, ਬੜੀ ਵੱਡੀ ਗੱਲ ਆ। ਤੇ ਮੈਂ ਸੋਚਦਾ ਵੀ ਸਰਕਾਰ ਨੇ ਜੇ 5000 ਕਿਹਾ ਪਾਕਿਸਤਾਨ ਤੇ ਇਹ 5 ਵੀ ਪੂਰਾ ਹੋ ਜਾਣ ਜਲਦੀ। ਜਿਹੜੀ ਗੱਲ ਤੁਸੀਂ ਕਹੀ ਆ ਵੀ ਲੋਕੀ ਥੋੜ੍ਹੇ ਜਿਹੇ ਹੁਣ ਸੂਝਵਾਨ ਹੋ ਗਏ, ਤਾਂ ਪਤਾ ਲੱਗ ਗਿਆ ਵੀ ਫਾਰਮ ਕਿਵੇਂ ਭਰਨਾ ਤੇ ਕਿਵੇਂ ਨਹੀਂ ਭਰਨਾ। ਦੂਸਰਾ ਜਿਹੜੀਆਂ ਸਾਡੀਆਂ ਏਜੰਸੀਜ਼ ਨੇ ਜਿਹੜੀਆਂ ਸਾਡੀਆਂ, ਉਹ ਵੀ ਥੋੜ੍ਹੀਆਂ ਜਿਹੀਆਂ ਅੱਗੇ ਲੀਨਟ ਹੋਈਆਂ ਵਾ ਵੀ ਜੇ ਇੱਦਾਂ ਲੰਘਾ ਚੱਲਦਾ ਰਿਹਾ ਫਾਇਦਾ ਕੀ ਹੋਊਗਾ। ਉਹਨਾਂ ਨੇ ਵੀ ਅੱਗੇ ਜੀ ਸਖਤੀ ਕਰਨੀ ਬੰਦ ਕਰ ਦਿੱਤੀ ਆ। ਹੁਣ ਉਹ ਵੀ ਕਹਿੰਦੇ ਵੀ ਆਓ ਤੇ ਜਾਓ ਜੀ, ਮੱਥਾ ਟੇਕੋ ਤਾਂ ਜਾਓ, ਕੋਈ ਗੱਲ ਨਹੀਂ। ਇਸ ਕਰਕੇ ਜੇ ਇਹਨੂੰ ਹੋਰ ਸਰਲ ਕੀਤਾ ਜਾਵੇ ਤਾਂ ਮੈਂ ਸੋਚਦਾ ਵੀ ਸੰਗਤਾਂ ਦੀ ਗਿਣਤੀ ਵੱਧ ਸਕਦੀ ਹੈ। ਲੋਕ ਜਾਣਗੇ ਮੱਥਾ ਟੇਕਣ, ਬਾਬੇ ਦੇ ਦਰਬਾਰ ਦੇ ਦਰਸ਼ਨ ਕਰਨਗੇ, ਮੱਥਾ ਟੇਕ ਕੇ ਆਪਣੀਆਂ ਜਿਹੜੀਆਂ ਆਸ਼ੀਰਵਾਦ ਲੈਣਗੇ ਬਾਬੇ ਦਾ। ਇਹ ਚੰਗੀ ਗੱਲ। ਤਾਂ ਮੈਂ ਇਹ ਗੱਲ ਕਹੂੰਗਾ ਵੀ ਸਰਕਾਰ ਨੂੰ ਇਹਨੂੰ ਹੋਰ ਸਰਲ ਬਣਾਉਣਾ ਚਾਹੀਦਾ। ਜਿਵੇਂ ਕਿ ਅੱਜ ਫਿਰ ਕਿਸੇ ਨੇ ਮੰਗ ਕੀਤੀ ਹੈ ਵੀ ਜਿਹੜਾ ਪਾਸਪੋਰਟ ਨਹੀਂ, ਇੱਕ ਬੰਦੇ ਦੇ ਪਾਸਪੋਰਟ ਦੇ ਉੱਤੇ 10 ਬੰਦਿਆਂ ਨੂੰ ਜਾਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ। ਜੇ ਉਹ ਵੀ ਲਾਗੂ ਹੋਈ ਤਾਂ ਮੈਂ ਕਿਹਾ ਫਿਰ ਵੀ ਚੰਗੀ ਗੱਲ ਆ। ਹਰ ਇੱਕ ਦੇ ਆਪਣੇ ਵਿਚਾਰ ਨੇ, ਹਰ ਕੋਈ ਆਪਣੀ ਰਾਏ ਦਿੰਦਾ ਵਾ, ਉੱਤੇ ਸਰਕਾਰ ਨੂੰ ਗੌਰ ਫਰਮਾਉਣਾ ਚਾਹੀਦਾ ਜੀ। ਪੱਟੀ ਸਾਹਿਬ, ਗੱਲ ਕਰੀਏ ਮੋਦੀ ਸਰਕਾਰ ਦੀ, ਸਾਰਾ ਕੁਝ ਪ੍ਰਾਈਵੇਟ ਹੋ ਰਿਹਾ, ਕੁਝ ਵਿਕ ਰਿਹਾ ਆ, ਕੀ ਚੱਲ ਕੀ ਰਿਹਾ ਆ ਆਖਰ ਦੇ ਵਿੱਚ? ਹੁਣ 6 ਹਵਾਈ ਅੱਡੇ ਜਿਹੜੇ ਆ ਉਹਨਾਂ ਨੂੰ ਪ੍ਰਾਈਵੇਟ ਕਰਨ ਦੀ ਗੱਲ ਚੱਲ ਰਹੀ, ਜਿਨ੍ਹਾਂ ਦੇ ਵਿੱਚ ਅੰਮ੍ਰਿਤਸਰ ਦਾ ਗੁਰੂ ਰਾਮਦਾਸ ਏਅਰਪੋਰਟ ਜਿਹੜਾ ਇੰਟਰਨੈਸ਼ਨਲ ਏਅਰਪੋਰਟ ਆ ਉਹ ਵੀ ਸ਼ਾਮਿਲ ਆ। ਕਿਵੇਂ ਦੇਖ ਰਹੇ ਹੋ ਇਸ ਚੀਜ਼ ਨੂੰ? ਉਹਦੇ ਵਿੱਚ ਵੇਖੋ, ਜੇ ਤੁਸੀਂ ਪ੍ਰਾਈਵੇਟ ਕਰੋਗੇ ਤਾਂ ਇਹਦੇ ਖਰਚੇ ਵਧਣਗੇ। ਜੇ ਖਰਚ ਪ੍ਰਾਈਵੇਟ ਨੇ ਤਾਂ ਕਹਿਣਾ ਜੇ ਮੈਨੂੰ ਪ੍ਰੋਫਿਟ ਕਿੰਨਾ ਹੁੰਦਾ, ਮੈਂ 10 ਨਹੀਂ, ਮੈਂ ਤਾਂ 50% ਪ੍ਰੋਫਿਟ ਲੈਣਾ ਵਾ। ਜਿਹੜੀ ਲੈਂਡਿੰਗ ਜਿਹਦੀ 50,000 'ਚ ਹੁੰਦੀ ਆ ਉਹ 2 ਲੱਖ 'ਚ ਹੋਏਗੀ। ਅਤੇ ਜਦੋਂ ਇਹੋ ਜਿਹੀ ਪ੍ਰੋਫਿਟ ਹੋਏਗੀ ਤਾਂ ਉਹਨਾਂ ਜਹਾਜ਼ਾਂ ਨੂੰ ਵੀ ਸੋਚਣਾ, ਫਿਰ ਕੰਪਨੀਆਂ ਵੀ ਸੋਚਣਾ ਵਾ ਵੀ ਸਾਨੂੰ ਫਾਇਦਾ ਕਿੰਨਾ ਅਤੇ ਨੁਕਸਾਨ ਕਿੰਨਾ। ਇਸ ਕਰਕੇ ਪ੍ਰਾਈਵੇਟ ਕਰਨ ਦੇ ਨਾਲ ਜਿਹੜੀ ਆ ਇੱਥੋਂ ਜਿਹੜੀ ਆਵਾਜਾਈ ਘੱਟ ਸਕਦੀ ਆ ਜਹਾਜ਼ਾਂ ਦੀ। ਜੇ ਆਵਾਜਾਈ ਘਟੇਗੀ ਤਾਂ ਲੋਕ ਪਰੇਸ਼ਾਨ ਹੋਣਗੇ। ਇਸ ਕਰਕੇ ਮੋਦੀ ਸਰਕਾਰ ਨੂੰ ਚਾਹੀਦਾ ਘੱਟੋ ਘੱਟ ਅੰਮ੍ਰਿਤਸਰ ਇੰਟਰਨੈਸ਼ਨਲ ਏਅਰਪੋਰਟ ਨੂੰ ਪ੍ਰਾਈਵੇਟ ਨਾ ਕੀਤਾ ਜਾਵੇ। ਟਿਕਟਾਂ ਦਾ ਸਭ ਕੁਝ ਵਧੇਗਾ ਜੀ, ਰੇਟ ਵੀ ਵਧੇਗਾ, ਸਭ ਕੁਝ ਹੋਏਗਾ। ਜਿਹੜੀ ਲੈਂਡਿੰਗ ਹੋਣੀ ਜਹਾਜ਼ ਦੀ ਉਹਦੇ ਖਰਚੇ ਵਧਣਗੇ, ਹੋਰ ਕਈ ਖਰਚੇ ਪੈਣਗੇ ਉਹਦੇ 'ਚ। ਇਸ ਕਰਕੇ ਮੈਂ ਸੋਚਦਾ ਵੀ ਮੋਦੀ ਸਾਹਿਬ ਨੂੰ ਜਿਹੜਾ ਇਹਦੇ 'ਤੇ ਗੌਰ ਫਰਮਾਉਣਾ ਚਾਹੀਦਾ ਵਾ। ਇਹ ਨਹੀਂ ਵੀ ਠੀਕ ਹੈ ਜੀ ਅਸੀਂ ਪ੍ਰਾਈਵੇਟ ਕਰਕੇ ਅਤੇ ਆਪਣੇ ਕੋਲੋਂ ਬੜਾ ਲਾ ਦਈਏ। ਇਹ ਘੱਟੋ ਘੱਟ ਜਿਹੜੇ ਇਹੋ ਜਿਹੇ ਸਾਡੇ ਹੈਗੇ ਆ ਅੰਮ੍ਰਿਤਸਰ ਵਰਗੇ ਜਿਹੜੇ ਹੈਗੇ ਸਾਡੇ ਆਪਣੇ ਏਅਰਪੋਰਟ, ਉਹਨਾਂ ਨੂੰ ਪ੍ਰਾਈਵੇਟ ਨਹੀਂ ਕੀਤਾ ਜਾਣਾ ਚਾਹੀਦਾ ਜੀ। ਹੈਰੀਟੇਜ ਸਟਰੀਟ ਦੀ ਗੱਲ ਕਰੀਏ ਤਾਂ ਪੱਟੀ ਸਾਹਿਬ, ਅੰਮ੍ਰਿਤਸਰ ਦੀ ਹੈਰੀਟੇਜ ਸਟਰੀਟ, ਜਦੋਂ ਦਰਬਾਰ ਸਾਹਿਬ ਨੂੰ ਜਾਂਦੇ ਆ ਉੱਥੇ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਲੱਗਾ ਆ। ਉਸ ਤੋਂ ਅਗਲੇ ਪਾਸੇ ਜੇਕਰ ਦੇਖੀਏ ਤਾਂ ਕੁਝ ਬੁੱਤ ਜਿਹੜੇ ਆ ਜਿਹੜੇ ਭੰਗੜਾ ਪਾਉਂਦੇ ਦਿਖਾਈ ਦਿੰਦੇ ਆ, ਜਾਂ ਜਿਹੜਾ ਗਿੱਧਾ ਪਾਉਂਦੇ ਬੁੱਤ ਜਿਹੜੇ ਆ ਉਹ ਦਿਖਾਈ ਦਿੰਦੇ ਆ। ਉਹਨਾਂ ਨੂੰ ਹਟਾਉਣ ਦੀ ਗੱਲ ਕੀਤੀ ਜਾ ਰਹੀ ਆ। ਉੱਥੇ ਜਦੋਂ ਸਤਿਕਾਰ ਕਮੇਟੀਆਂ ਨੇ, ਹੋਰ ਜਥੇਬੰਦੀਆਂ ਨੇ ਕਿਹਾ ਆ ਕਿ ਇਹ ਬੁੱਤ ਜਿਹੜੇ ਹਟਾਏ ਜਾਣ ਜਾਂ ਅਸੀਂ ਖੁਦ ਹਟਾ ਦੇਵਾਂਗੇ, ਤਾਂ ਉੱਥੇ ਪੁਲਿਸ ਦੀ ਸੁਰੱਖਿਆ ਜਿਹੜੀ ਆ ਉਹ ਸੁਰੱਖਿਆ ਦੇ ਤੌਰ 'ਤੇ ਪੁਲਿਸ ਨੂੰ ਤੈਨਾਤ ਕਰ ਦਿੱਤਾ ਗਿਆ। ਅਤੇ ਕੱਲ੍ਹ ਵੀ ਉੱਥੇ ਪ੍ਰਦਰਸ਼ਨ ਜਿਹੜਾ ਆ ਉਹ ਹੋਇਆ ਆ। ਤੁਸੀਂ ਕਿਵੇਂ ਦੇਖ ਰਹੇ ਹੋ ਇਹਨਾਂ ਚੀਜ਼ਾਂ ਨੂੰ? ਕੁਝ ਲੋਕ ਕਹਿ ਰਹੇ ਆ ਕਿ ਇਹ ਪੰਜਾਬ ਦਾ ਕਲਚਰ ਆ, ਇਹ ਚੀਜ਼ ਦਿਖਾਈ ਗਈ ਆ, ਜਾਂ ਧਾਰਮਿਕ ਸਥਾਨ ਦੇ ਲਾਗੇ ਅਜਿਹੇ ਬੁੱਤ ਜਿਹੜੇ ਉਹ ਨਹੀਂ ਹੋਣੇ ਚਾਹੀਦੇ। ਅਧਿਆਤਮਤਾ ਦਾ ਕੇਂਦਰ ਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ। ਜਿੱਥੋਂ ਤੱਕ ਇਹਨਾਂ ਬੁੱਤਾਂ ਦੀ ਗੱਲ ਕਰਦੇ, ਬਹੁਤੇ ਵਿਵਾਦ ਦੀ ਆਪਾਂ ਕਾਹਨੂੰ ਗੱਲ ਕਰਨੀ ਇਹਨਾਂ ਦੀ। ਪਹਿਲੀ ਗੱਲ ਤਾਂ ਜਦੋਂ ਇਹ ਬੁੱਤ ਲਗਾਏ ਗਏ ਸੀ ਉਦੋਂ ਵੀ ਵਿਰੋਧ ਹੋਇਆ ਸੀ, ਅਤੇ ਸੁਖਬੀਰ ਸਿੰਘ ਬਾਦਲ ਦੇ ਸਿਰ ਨੂੰ ਸੱਤਾ ਦਾ ਨਸ਼ਾ ਇੰਨਾ ਕੁ ਚੜ੍ਹਿਆ ਸੀ, ਉਹਨੂੰ ਮਾੜਾ ਮੋਟੀ ਗੱਲ ਤਾਂ ਸੁਣਦੀ ਹੀ ਨਹੀਂ ਸੀਗੀ। ਉਦੋਂ ਇਹ ਵੀ ਵਿਰੋਧ ਹੋਇਆ ਸੀ ਵੀ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦਾ ਜਿਹੜਾ ਮੂੰਹ ਆ ਉਹ ਦਰਬਾਰ ਸਾਹਿਬ ਵੱਲ ਨਹੀਂ ਕੀਤਾ ਜਾ ਸਕਦਾ। ਜਿਹੜਾ ਵਿਅਕਤੀ ਆਪਣੇ ਸਮਰ ਪੈਲਸ ਰਾਮ ਬਾਗ ਤੋਂ
ਗਲ 'ਚ ਪੱਲਾ ਪਾ ਕੇ ਨੰਗੇ ਪਰੀ ਸੰਗਤਾਂ ਨਾਲ ਵਾਹਿਗੁਰੂ ਸਤਨਾਮ ਵਾਹਿਗੁਰੂ ਜਾਪ ਕਰਦਾ ਜਿਹੜਾ ਜਾਂਦਾ ਸੀ ਦਰਬਾਰ ਸਾਹਿਬ ਮੱਥਾ ਟੇਕਣ, ਤੇ ਉਹਦਾ ਬੁੱਤ ਤੁਸੀਂ ਤਲਵਾਰ ਫੜ ਕੇ ਦਰਬਾਰ ਸਾਹਿਬ ਮੂੰਹ ਕਰਕੇ ਲਾ ਦਿਓ, ਤੇ ਕਿੰਨੀ ਕੁ ਸਿਆਣਪ ਵਾਲੀ ਗੱਲ। ਜਦੋਂ ਕੰਪਨੀ ਬਾਗ ਬੁੱਤ ਲੱਗਾ, ਰਾਮ ਬਾਗ 'ਚ ਬੁੱਤ ਲੱਗਾ ਵਾ, ਉਸ ਟਾਈਮ 'ਤੇ ਕਰਮ ਸਿੰਘ ਗਿੱਲ ਸੀ ਸਾਡੇ ਡੈਂਟੀਕਲ ਦੇ ਪ੍ਰਿੰਸੀਪਲ, ਉਹ ਅੜ ਗਏ ਸੀ, ਕਹਿੰਦੇ ਸੀ ਵੀ ਅਸੀਂ ਤੁਹਾਨੂੰ ਇਸ ਬੁੱਤ ਦਾ ਮੂੰਹ ਜਿਹੜਾ ਦਰਬਾਰ ਸਾਹਿਬ ਵਾਲੇ ਪਾਸੇ ਨਹੀਂ ਕਰ ਦੇਣਾ, ਤੇ ਮੁੜ ਕੇ ਇਹਦੀ ਜਿਹੜੀ ਪੱਛਮ ਵਾਲੇ ਪਾਸੇ ਕੀਤਾ ਸੀਗਾ। ਇਸ ਕਰਕੇ ਉਹ ਤੁਹਾਡੇ ਸਾਡੇ ਸੱਭਿਆਚਾਰ ਦਾ ਹਿੱਸਾ ਵਾ, ਲੇਕਿਨ ਸੱਭਿਆਚਾਰਕ ਨੂੰ ਤੁਸੀਂ ਜਿਹੜਾ ਜੇ ਪ੍ਰਮੋਟ ਕਰਨਾ ਤੇ ਉਹ ਆਪਣਾ ਤਰੀਕਾ ਵੱਖਰਾ ਹੁੰਦਾ ਵਾ। ਉਸ ਰਸਤਿਆਂ ਦੇ ਉੱਤੇ ਤੁਸੀਂ ਲਾਓ ਸਾਡੇ ਸ਼ਹੀਦਾਂ ਦੀਆਂ ਫੋਟੋਆਂ, ਸਿੱਖ ਜਰਨੈਲਾਂ ਦੀਆਂ ਫੋਟੋਆਂ, ਸਾਡੇ ਭਗਤਾਂ ਦੀਆਂ ਫੋਟੋਆਂ ਜਿਹਨਾਂ ਦੀ ਬਾਣੀ ਦਰਜ ਜੇ ਉਹ ਲਾਈਆਂ ਜਾਣ ਤਾਂ ਮੈਂ ਕਿਹਾ ਜ਼ਿਆਦਾ ਬੈਟਰ ਆ। ਲੇਕਿਨ ਉਹਨਾਂ ਲੋਕਾਂ ਨੂੰ ਜਿਨ੍ਹਾਂ ਲੋਕਾਂ ਨੇ ਕੱਲ੍ਹ ਪ੍ਰੋਟੈਸਟ ਕੀਤਾ ਵਾ, ਉਹਨਾਂ ਮੰਗ ਪੱਤਰ ਦਿੱਤੇ, ਸਭ ਕੁਝ ਦਿੱਤਾ, ਤੇ ਇਹ ਗੱਲ ਕਹਿਣੀ ਸੀ ਤੋੜ ਦਿਆਂਗੇ, ਉਹ ਕਾਨੂੰਨ ਨੂੰ ਆਪਣੇ ਹੱਥ 'ਚ ਲੈਣ ਦੀ ਗੱਲ ਹੁੰਦੀ ਆ, ਉਹ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ। ਇਹ ਆਪਣੀ ਜਿਹੜੀ ਮੰਗ ਜ਼ੋਰਦਾਰ ਤਰੀਕੇ ਨਾਲ ਉਠਾਉਣ। ਹੁਣ ਇਹ ਪਤਾ ਲੱਗਾ ਵੀ ਜਿਹੜੀ ਸਾਡੀ ਪ੍ਰਬੰਧਕ ਸੀਗੇ ਜ਼ਿਲ੍ਹਾ ਪ੍ਰਸ਼ਾਸਨ ਨੇ, ਉਹਨਾਂ ਨੂੰ ਕਿਹਾ ਤੁਹਾਡੀ 2-3 ਦੇ ਵਿੱਚ ਅਸੀਂ ਟੂਰਿਜ਼ਮ ਵਿਭਾਗ ਨਾਲ ਮੀਟਿੰਗ ਕਰਾਵਾਂਗੇ ਤੇ ਉਹੀ ਢਾਹ ਸਕਦੇ, ਉਹਨਾਂ ਨੇ ਬੁੱਤ ਲਾਏ ਆ। ਲੇਕਿਨ ਮੈਂ ਸੋਚਦਾ ਵੀ ਬੁੱਤ ਵਾਕਿਆ ਠੀਕ ਹੈ, ਉੱਥੇ ਜੇ ਸਾਡੇ ਸਿੱਖ ਜਰਨੈਲਾਂ ਦੇ ਬੁੱਤ ਲੱਗ ਜਾਣ, ਜੱਸਾ ਸਿੰਘ ਰਾਮੜੀ ਦੇ ਲੱਗ ਜੇ, ਆਲੂ ਵਾਲੀ ਦੇ ਲੱਗ ਜੇ, ਨਵਾਬ ਕਪੂਰ ਸਿੰਘ ਦਾ ਲੱਗ ਜੇ, ਕਿੰਨੇ ਸਾਡੇ ਜਰਨੈਲ ਹੋਏ ਨੇ, ਜੇ ਉਹਨਾਂ ਲੱਗ ਜੇ ਚੰਗੀ ਗੱਲ। ਪਹਿਲੀ ਗੱਲ, ਅਸੀਂ ਬੁੱਤ ਪੂਜਕ ਨਹੀਂ, ਸਿੱਖ ਧਰਮ ਬੁੱਤ ਪੂਜਕ ਨਹੀਂ ਹੈਗਾ, ਅਸੀਂ ਬੁੱਤ ਨਹੀਂ ਪੂਜਦੇ, ਅਸੀਂ ਅਕਾਲ ਪੁਰਖ ਦੀ ਆਰਾਧਨਾ ਕਰਦੇ ਹਾਂ, ਸਾਡਾ ਸ਼ਬਦ ਗੁਰੂ ਆ। ਲੇਕਿਨ ਫਿਰ ਵੀ ਵਿਰਾਸਤ ਨੂੰ ਭੁਲਾਇਆ ਨਹੀਂ ਜਾ ਸਕਦਾ, ਅਤੇ ਇਸ ਕਰਕੇ ਜੇ ਕਿਤੇ ਇਹ ਬੁੱਤ ਉਹਨਾਂ ਦੇ ਲਾਏ ਜਾਣ ਤਾਂ ਇਹਦੇ ਤੋਂ ਬੈਟਰ ਰਹੇਗਾ। ਇਹ ਬੁੱਤ ਤੁਸੀਂ ਜਾ ਕੇ GT ਰੋਡ 'ਤੇ ਕਿਤੇ ਵੀ ਲਾ ਸਕਦੇ ਹੋ, ਕਿਤੇ ਵੀ ਤੁਸੀਂ ਢਾਬੇ 'ਤੇ ਲਾ ਸਕਦੇ ਹੋ, ਕਿਤੇ ਹੋਟਲ ਦੇ ਬਾਹਰ ਲਾ ਸਕਦੇ ਹੋ, ਲਾਓ, ਮਨਾ ਨਹੀਂ ਕਰਦਾ ਕੋਈ। ਲੇਕਿਨ ਉਹਨਾਂ ਦੀ ਮੰਗ ਬਿਲਕੁਲ ਜਾਇਜ਼ ਆ, ਅਤੇ ਸਰਕਾਰ ਨੂੰ ਉਹਨਾਂ ਦੀ ਮੰਗ 'ਤੇ ਗੌਰ ਫਰਮਾਉਣਾ ਚਾਹੀਦਾ ਜੀ। ਭੱਟੀ ਸਾਹਿਬ, ਅੱਜ ਕੈਬਨਿਟ ਦੀ ਮੀਟਿੰਗ ਵੀ ਹੋਣ ਜਾ ਰਹੀ ਹੈ, ਜਿਸ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਬਿਜਲੀ ਮੰਤਰੀ ਜਿਹੜੇ ਆ ਉਹ ਕੌਣ ਹੋਣਗੇ, ਇਹ ਵੀ ਇੱਕ ਫੈਸਲਾ ਲਿਆ ਜਾਏਗਾ। ਤੇ ਕੈਪਟਨ ਅਮਰਿੰਦਰ ਸਿੰਘ ਵਿਦੇਸ਼ੀ ਦੌਰੇ ਤੋਂ ਵੀ ਪਰਤ ਆਏ ਨੇ, ਤੇ ਉਹ ਕਈ ਹੋਰ ਵੀ ਅਹਿਮ ਫੈਸਲੇ ਜਿਹੜੇ ਆ ਉਹ ਲੈ ਸਕਦੇ ਆ, ਖਾਸ ਤੌਰ ਦੇ ਉੱਤੇ ਜਿਸ ਤਰ੍ਹਾਂ ਦੇ ਪੰਜਾਬ ਦੇ ਵਿੱਤੀ ਹਾਲਾਤ ਬਣੇ ਹੋਏ ਆ, ਉਹਨਾਂ ਨੂੰ ਲੈ ਕੇ ਵੀ ਜਿਹੜੀ ਚਰਚਾ ਆ ਕਾਫੀ ਛਿੜੀ ਹੋਈ ਆ। ਵੇਖੋ ਜੀ, ਇਹ ਸਰਕਾਰ ਦਾ ਕੈਪਟਨ ਅਮਰਿੰਦਰ ਸਿੰਘ ਦੇ ਆਪਣਾ ਅਧਿਕਾਰ ਆ, ਉਹ ਆਪਣੇ ਮੰਤਰੀਆਂ ਦੀ ਜਿਹੜੀ ਆ ਉਹ ਰੱਦੋ ਬਦਲ ਕਰ ਸਕਦੇ ਨੇ। ਹੋ ਸਕਦਾ ਕੋਈ ਮੰਤਰੀ ਹਟਾਇਆ ਵੀ ਜਾਵੇ, ਕੈਪਟਨ ਨਵਜੋਤ ਸਿੰਘ ਸਿੱਧੂ ਤਾਂ ਆਪ ਹਟ ਕੇ ਨਾ ਕੋਈ ਹਟਾਇਆ ਵੀ ਜਾਵੇ, ਲੇਕਿਨ ਨਵਜੋਤ ਸਿੰਘ ਸਿੱਧੂ ਜੇ ਕਿਤੇ ਬਿਜਲੀ ਮੰਤਰੀ ਦਾ ਅਹੁਦਾ ਸੰਭਾਲ ਲੈਂਦੇ ਤੇ ਅਕਾਲੀਆਂ ਜਿਹੜੀਆਂ ਸਪੌਂਸਰਡ ਹੈਗੀਆਂ ਕਿਸਾਨ ਜਥੇਬੰਦੀਆਂ, ਉਹਦੇ ਬੂਹੇ ਅੱਗੇ ਪੱਕਾ ਮੋਰਚਾ ਲੱਗ ਜਾਣਾ ਸੀ ਉੱਥੇ ਵੀ ਅਸੀਂ ਸਾਡੀਆਂ ਤੂੰ ਸਾਡੇ ਜਿਹੜੇ ਆ ਪੈਸੇ ਘੱਟ ਕਰ, ਆਹ ਪੈਸੇ ਘੱਟ ਕਰ, ਸਾਨੂੰ ਆਹ ਮਾਫ ਕਰ, ਆਹ ਬਿੱਲ ਮਾਫ ਕਰ, ਪੱਕਾ ਮੋਰਚਾ ਲੱਗ ਜਾਣਾ। ਲਾਉਣਾ ਸਰਕਾਰ ਨੇ ਸੀ, ਜਿਹੜੇ ਇਹ ਚਾਹੁੰਦੇ ਸੀ ਵੀ ਉਹਦੀ ਬਦਨਾਮੀ ਵੱਧ ਤੋਂ ਵੱਧ ਹੋਵੇ। ਲੇਕਿਨ ਇਹ ਸਭ ਨੂੰ ਪਤਾ ਸੀ, ਉਹ ਸਿੱਧੂ ਸਾਹਿਬ ਨੇ, ਮੈਂ ਸੋਚਦਾ ਵੀ ਚੰਗਾ ਕੀਤਾ ਉਹ ਮੰਤਰਾਲਾ ਨਹੀਂ ਲਿਆ, ਤੇ ਜੇ ਉਹ ਆਪਣੀ ਗੱਲ ਪੇਸ਼ ਵੀ ਕਰਦੇ ਤਾਂ ਉਹਨੂੰ ਜਸਟੀਫਾਈ ਕਰਨ ਵਾਸਤੇ ਉਹਨੂੰ ਬੜਾ ਸਮਾਂ ਲੱਗ ਜਾਂਦਾ। ਲੇਕਿਨ ਫਿਰ ਵੀ ਜੇ ਲੈ ਵੀ ਲੈਂਦੇ ਤੇ ਉਹ ਕੁਛ ਇਹੋ ਜਿਹੀਆਂ ਗੱਲਾਂ ਜਿਹੜੇ ਸਮਝੌਤੇ ਕੀਤੇ ਸੀ ਪਿਛਲੀ ਸਰਕਾਰ ਨੇ, 25-25 ਸਾਲ ਦੇ ਸਮਝੌਤੇ ਕੀਤੇ ਪ੍ਰਾਈਵੇਟ ਨਾਲ, ਪ੍ਰਾਈਵੇਟ ਅਦਾਰਿਆਂ ਨਾਲ, ਪ੍ਰਾਈਵੇਟ ਥਰਮਲ ਪਲਾਂਟਾਂ ਨਾਲ, ਉਹਨਾਂ ਨੂੰ ਜਿਹੜਾ ਉਹ ਰੱਦ ਕੀਤਾ ਜਾ ਸਕਦਾ ਸੀਗਾ। ਜੇ ਉਹ ਰੱਦ ਕਰ ਦਿੰਦੇ ਤੇ ਅੱਜ ਸਾਡੀ ਲੁੱਟ ਨਾ ਹੁੰਦੀ। ਸਾਡੇ ਕੋਲੇ ਆਪਣੇ ਕੋਲੇ ਇੰਨੇ ਕੁ ਸਾਧਨ ਅੱਜ ਦੀ ਡੇਟ 'ਚ ਹੈਗੇ ਆ ਵੀ ਅੱਜ ਅਸੀਂ ਆਪਣੇ ਪ੍ਰੋਜੈਕਟ ਚਲਾ ਕੇ ਆਪਣੇ ਆਮ ਬੰਦਿਆਂ ਨੂੰ 5 ਰੁਪਏ ਯੂਨਿਟ ਬਿਜਲੀ ਦੇ ਸਕਦੇ ਹਾਂ। ਸਾਨੂੰ 8-9 ਰੁਪਏ ਬਿਜਲੀ ਪੈ ਰਹੀ ਹੈ ਇਸ ਵੇਲੇ। ਉਸ ਟਾਈਮ ਦੇ ਉੱਤੇ ਜਿਹੜੀ ਕਰਪਸ਼ਨ ਹੋਈ ਸਭ ਨੂੰ ਪਤਾ, ਜੱਗ ਜ਼ਾਹਰ ਆ। ਪ੍ਰਾਈਵੇਟ ਥਰਮਲ ਪਲਾਂਟਾਂ ਕੋਲੋਂ ਅਸੀਂ ਕਿਉਂ ਬਿਜਲੀ ਲੈ ਰਹੇ ਹਾਂ ਜਦੋਂ ਕਿ ਸਾਡੇ ਆਪਣੇ ਥਰਮਲ ਪਲਾਂਟ ਬੰਦ ਪਏ ਨੇ। ਇਸ ਕਰਕੇ ਮੈਂ ਸੋਚਦਾ ਵੀ ਸਿੱਧੂ ਸਾਹਿਬ ਨੇ ਜੋ ਫੈਸਲਾ ਲਿਆ ਠੀਕ ਲਿਆ ਆਪਣੀ ਸੋਚ ਮੁਤਾਬਕ। ਲੇਕਿਨ ਇਸ ਵੇਲੇ ਜਿਹੜੀ ਬਿਜਲੀ ਮੰਤਰੀ ਲਾਉਣ ਦੀ ਗੱਲ ਕੀਤੀ, ਉਹ ਜਿਹੜਾ ਲੱਗੂਗਾ ਉਹਨਾਂ ਦਾ ਆਪਣਾ ਖਾਸ ਹੀ ਲੱਗੂਗਾ, ਕਿਸੇ ਆਮ ਨੂੰ ਤਾਂ ਮੌਕਾ ਮਿਲਣਾ ਨਹੀਂ। ਕਈ ਜਿਹੜੇ ਉਹਨਾਂ ਦੇ ਹਲਕੇ ਦੇ ਬੰਦੇ ਨੇ, 4-5 MLA ਤੁਰੇ ਫਿਰਦੇ ਨਾਰਾਜ਼, ਉਹਨਾਂ ਦੀ ਨਾਰਾਜ਼ਗੀ ਇਸੇ ਗੱਲ ਦੀ ਹੈ ਵੀ ਅਸੀਂ ਕੈਪਟਨ ਸਾਹਿਬ ਨੇ ਬੜਾ ਕੁਛ ਕੀਤਾ ਸੀ, ਅਸੀਂ ਪੁਰਾਣੇ ਆ, 2 ਤੋਂ 3 ਵਾਰ ਜਿੱਤ ਕੇ ਆਏ ਆ, ਸਾਨੂੰ ਮੰਤਰੀ ਨਹੀਂ ਬਣਾਇਆ, ਪਹਿਲੀ ਜਿੱਤ ਕੇ ਮੰਤਰੀ ਬਣਾਤੇ ਆ। ਪੋਸੀਬਿਲਿਟੀ ਵੀ ਉਹਨਾਂ 'ਚੋਂ ਇੱਕ ਬੰਦਾ ਕੋਈ ਇਹ ਬਿਜਲੀ ਮੰਤਰੀ ਬਣਾਇਆ ਜਾਵੇ, ਅਤੇ ਬਿਜਲੀ ਮੰਤਰੀ ਬਣਾਉਣ ਨਾਲ ਕੋਈ ਫਰਕ ਨਹੀਂ ਪੈਣਾ। ਪਹਿਲਾਂ ਉਹਦੇ 'ਚ ਸੋਧ ਕਰਨੀ ਪਊਗੀ ਸਾਨੂੰ। ਜਿਹੜੇ ਪ੍ਰੋਜੈਕਟ ਜਿਹੜੇ ਇਹਨਾਂ ਨੇ ਸਮਝੌਤੇ ਕੀਤੇ ਅਕਾਲੀਆਂ ਨੇ, 25-25 ਸਾਲ ਦੇ ਬੜੇ ਮਹਿੰਗੇ ਸਮਝੌਤੇ ਕੀਤੇ ਆ, ਉਹ ਰੱਦ ਕਰਕੇ ਨਵੇਂ ਸਿਰੇ ਤੋਂ ਘੱਟ 'ਤੇ ਕੀਤੇ ਜਾਣ ਤਾਂ ਕਿ ਲੋਕਾਂ ਨੂੰ ਕੋਈ ਫਾਇਦਾ ਹੋ ਸਕੇ। ਨਹੀਂ ਤਾਂ ਸਭ ਤੋਂ ਮਹਿੰਗੀ ਬਿਜਲੀ ਅਸਲ ਪੰਜਾਬ ਦੇ ਵਿੱਚ ਆ, ਇਹ ਜਿਹੜੀ ਲੱਖ ਤੋੜ ਰਹੀ ਬਿਜਲੀ ਦੀ। ਭੱਟੀ ਸਾਹਿਬ,
ਗੱਲ ਕਰੀਏ ਦਿੱਲੀ ਦੀ ਤਾਂ ਮਨਜਿੰਦਰ ਸਿੰਘ ਸਿਰਸਾ ਜਿਹੜੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਨੇ, ਉਹਨਾਂ ਵੱਲੋਂ ਔਰੰਗਜ਼ੇਬ ਦੇ ਨਾਮ ਦੇ ਉੱਤੇ ਜਿਹੜੀ ਸੜਕ ਦਿੱਲੀ ਦੇ ਵਿੱਚ ਆ ਉਸ ਦਾ ਜਿੱਥੇ ਬੋਰਡ ਲੱਗਾ ਸੀਗਾ ਉਸ ਦੇ ਉੱਤੇ ਕਾਲਖ ਪੋਥੀ ਗਈ ਆ। ਕਿਵੇਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ? ਜਦੋਂ ਪੰਜਾਬ ਦੇ ਵਿੱਚ ਗੱਲ ਕੀਤੀ ਗਈ ਸੀ ਨੇ ਬੋਰਡਾਂ ਦੀ, ਵੀ ਜਿਨ੍ਹਾਂ ਬੋਰਡਾਂ ਉੱਤੇ ਪੰਜਾਬੀ ਥੱਲੇ ਲਿਖੀ ਆ ਅਤੇ ਅੰਗਰੇਜ਼ੀ ਉੱਪਰ ਲਿਖੀ ਆ, ਤਾਂ ਉਹਨਾਂ ਬੋਰਡਾਂ ਦੇ ਕੁਝ ਨੌਜਵਾਨਾਂ ਜਿਹੜੇ ਸੀ ਪਹਿਲਾਂ ਤਾਂ ਵਾਰਨਿੰਗ ਕੀਤੀ ਪ੍ਰਸ਼ਾਸਨ ਨੂੰ, ਸਰਕਾਰ ਨੂੰ ਦਿੱਤੀ, ਅਤੇ ਮੁੜ ਕੇ ਉਹਨਾਂ ਦੇ ਉੱਤੇ ਜਿਹੜੀ ਸੀ ਉਹ ਕਾਲੀ ਸ਼ਾਹੀ ਫੇਰੀ ਸੀ, ਕਾਲਾ ਰੰਗ ਫੇਰਿਆ ਸੀ ਅਤੇ ਉਹਨਾਂ ਦੇ ਪਰਚੇ ਹੋਏ ਸੀ, ਕਈ ਜੇਲ੍ਹ 'ਚ ਵੀ ਗਏ ਸੀ। ਅਤੇ ਮੈਂ ਇਹ ਗੱਲ ਕਹੂੰਗੀ ਸਰਸਾ ਸਾਹਿਬ ਕਿ ਉਸ ਸੰਵਿਧਾਨਕ ਬੋਡੀ ਦੇ ਮੈਂਬਰ ਆ ਜਿਹਨੇ ਕਾਨੂੰਨ ਬਣਾਉਣੇ ਨੇ ਅਤੇ ਕਾਨੂੰਨ ਤੋੜਨ ਦਾ ਕੋਈ ਅਧਿਕਾਰ ਨਹੀਂ। ਉਹਨਾਂ ਨੇ ਇਹ ਕੰਮ ਕਰਕੇ ਕਾਨੂੰਨ ਤੋੜਿਆ ਵਾ, ਉਹ ਸੰਵਿਧਾਨਕ ਬਾਡੀ ਦੇ ਮੈਂਬਰ ਆ, ਅਤੇ ਮੈਂ ਸੋਚਦਾ ਉਹਨਾਂ ਨੂੰ ਇਹ 'ਤੇ ਵਿਚਾਰ ਕਰਕੇ ਨੈਤਿਕ ਦੇ ਆਧਾਰ 'ਤੇ ਅਸਤੀਫਾ ਦੇਣਾ ਚਾਹੀਦਾ। ਅਤੇ ਇਹ ਜਿਹੜੀ ਗੱਲ ਉਹਨੇ ਕਹੀ ਔਰੰਗਜ਼ੇਬ ਦੀ, ਉਹ ਕਹਿੰਦੇ ਔਰੰਗਜ਼ੇਬ ਨੂੰ ਸਾਡੀਆਂ ਕਿਤਾਬਾਂ 'ਚ ਵੀ ਕੱਢ ਦਿਓ, ਇਤਿਹਾਸ 'ਚ ਵੀ ਕੱਢ ਦਿਓ। ਜੇ ਉਹਨੂੰ ਇਤਿਹਾਸ 'ਚੋਂ ਕੱਢਦਾ ਫਿਰ ਇਤਿਹਾਸ ਰਹਿਣੇ ਨਹੀਂ। ਇਤਿਹਾਸ ਉਹਨਾਂ ਚਿਰ ਹੀ ਆ ਜਿਨ੍ਹਾਂ 'ਚ ਔਰੰਗਜ਼ੇਬ ਦਾ ਨਾਮ ਆ। ਜੇ ਉਹ ਕੱਢਦਾ ਕੀ ਦੱਸੋਗੇ ਗੁਰੂ ਸਾਹਿਬ ਨੂੰ ਕਿੰਨੇ ਸ਼ਹੀਦ ਕੀਤਾ ਸੀਗਾ, ਕੀ ਕਹੋਗੇ ਤੁਸੀਂ ਉੱਥੇ? ਇਸ ਕਰਕੇ ਜੇ ਉਹਦੇ ਨਾਂ ਦੀ ਉਹਨਾਂ ਨੂੰ ਨਹੀਂ ਮਨਜ਼ੂਰ ਉੱਥੇ ਸੀ ਤਾਂ ਉਹ ਪ੍ਰਸ਼ਾਸਨ ਨੂੰ ਲਿਖਦੇ, ਸੰਵਿਧਾਨਕ ਬੋਡੀ ਦੇ ਮੈਂਬਰ ਨੇ ਜਾ ਕੇ ਆਪਣੀ ਵਿਧਾਨ ਸਭਾ 'ਚ ਰੌਲਾ ਪਾਉਂਦੇ, ਮੁੱਖ ਮੰਤਰੀ ਨੂੰ ਲਿਖ ਕੇ ਦਿੰਦੇ ਵੀ ਇੱਥੋਂ ਇਹ ਬੋਰਡ ਹਟਾ ਕੇ ਗੁਰੂ ਸਾਹਿਬ ਲਾਇਆ ਜਾਵੇ। ਤਾਂ ਅਸੀਂ ਨਹੀਂ ਚਾਹੁੰਦੇ ਵੀ ਜਿਸ ਬੋਰਡ ਦੇ ਉੱਤੇ ਉਹਦਾ ਔਰੰਗਜ਼ੇਬ ਨਾਂ ਲਿਖਿਆ ਉਹਦੇ ਉੱਤੇ ਗੁਰੂ ਤੇਗ ਬਹਾਦਰ ਸਾਹਿਬ ਲਿਖਿਆ ਜਾਵੇ, ਉੱਥੇ ਬੋਰਡ ਬੜਾ ਸੁੰਦਰੀਕਰਨ ਕਰਕੇ ਵਧੀਆ ਬੋਰਡ ਉਹਦੇ ਉੱਤੇ ਲਾਇਆ ਜਾਵੇ। ਅਸੀਂ ਇਸ ਹੱਕ 'ਚ ਹਾਂ, ਲੇਕਿਨ ਸਰਸਾ ਸਾਹਿਬ ਜਿਹੜੀ ਕਾਰਵਾਈ ਕੀਤੀ ਆ ਉਹ ਗਲਤ ਆ, ਅਸੀਂ ਉਹਦੇ ਹੱਕ 'ਚ ਨਹੀਂ। ਇਹ ਸਿੱਧੀ ਸੰਵਿਧਾਨ ਨੂੰ ਵੀ ਲੰਘਣਾ ਵਾ, ਕਾਨੂੰਨ ਦੀ ਵੀ ਲੰਘਣਾ ਵਾ, ਸਰਕਾਰ ਦੀ ਵੀ ਲੰਘਣਾ ਵਾ ਅਤੇ ਸਮਾਜ ਦੀ ਵੀ ਲੰਘਣਾ ਵਾ। ਔਰੰਗਜ਼ੇਬ ਨੂੰ ਤੁਸੀਂ ਆਪਣੇ ਇਤਿਹਾਸ ਦੀਆਂ ਸੁਰਖੀਆਂ 'ਚੋਂ ਨਹੀਂ ਕੱਢ ਸਕਦੇ, ਉਹਨੂੰ ਕੱਢਣ ਤੋਂ ਬਾਅਦ ਤੁਹਾਡਾ ਇਤਿਹਾਸ ਖਤਮ ਹੋ ਜਾਊਗਾ। ਦਿੱਲੀ ਦੇ ਵਿੱਚ ਕੋਈ ਇਹੋ ਜਿਹੇ ਮਕਬਰੇ ਹੈਗੇ, ਕੱਲ੍ਹ ਨੂੰ ਕੋਈ ਅਕਬਰ ਮਕਬਰਾ ਢਾਹ ਦਿਓ ਜੀ, ਹੁਮਾਯੂੰ ਮਰਗਾ ਢਾਹ ਦਿਓ ਜੀ, ਤੁਹਾਨੂੰ ਲੋੜ ਨਹੀਂ ਹੈਗੀ। ਕੀ ਕਰੋਗੇ ਤੁਸੀਂ? ਉਹ ਸਾਡੇ ਇਤਿਹਾਸ ਦਾ ਹਿੱਸਾ ਨੇ, ਉਹ ਰਹਿਣੇ ਹੀ ਰਹਿਣੇ ਆ। ਇਸ ਕਰਕੇ ਸਰਸਾ ਸਾਹਿਬ ਨੇ ਜਿਹੜੀ ਕਾਰਵਾਈ ਕੀਤੀ ਉਹ ਗਲਤ ਕੀਤੀ ਆ। ਉਹਨਾਂ ਨੂੰ ਆਪਣੀ ਕਾਰਵਾਈ 'ਤੇ ਮੁੜ ਵਿਚਾਰ ਕਰਨਾ ਚਾਹੀਦਾ, ਉਹਦੀ ਨੈਤਿਕਤਾ ਦੇ ਆਧਾਰ 'ਤੇ ਮਾਫੀ ਮੰਗਣੀ ਚਾਹੀਦੀ ਵੀ ਗਲਤ ਕੀਤਾ ਸੀ, ਕਾਨੂੰਨ ਦੀ ਉਲੰਘਣਾ ਕੀਤੀ ਹੈ। ਜੇ ਨਹੀਂ ਕਰਦੇ ਤਾਂ ਉੱਥੋਂ ਦੀ ਸਰਕਾਰ ਨੂੰ ਚਾਹੀਦਾ ਉਹਨਾਂ ਖਿਲਾਫ ਐਕਸ਼ਨ ਜ਼ਰੂਰ ਲਵੇ। ਅਸੀਂ ਹੱਕ 'ਚ ਨਹੀਂ ਔਰੰਗਜ਼ੇਬ ਦੇ ਵੀ ਉੱਥੇ ਗੁਰੂ ਸਾਹਿਬ ਦੀ ਜਿਹੜੀ ਉਹ ਦਰਬਾਰ ਦੇ ਸਾਹਮਣੇ ਕੋਈ ਇਹੋ ਜਿਹਾ ਬੋਰਡ ਲੱਗਾ ਹੋਵੇ, ਲੇਕਿਨ ਫਿਰ ਵੀ ਉਹ ਸਾਡੇ ਇਤਿਹਾਸ ਦਾ ਇੱਕ ਹਿੱਸਾ, ਉਹਨੂੰ ਤੁਸੀਂ ਮਿਟਾ ਨਹੀਂ ਸਕਦੇ। ਸੋ ਬਿਲਕੁਲ ਪ੍ਰੋਗਰਾਮ ਕਰੰਟ ਅਫੇਅਰਸ ਦੇ ਵਿੱਚ ਸਨ ਸੀਨੀਅਰ ਪੱਤਰਕਾਰ ਸਰਦਾਰ ਜਸਬੀਰ ਸਿੰਘ ਜੀ ਪੱਟੀ, ਜਿਨ੍ਹਾਂ ਨੇ ਖਬਰਾਂ ਦੇ ਉੱਤੇ ਵਿਸਥਾਰਤ ਜਾਣਕਾਰੀ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਨਾਲ ਸਾਂਝੀ ਕੀਤੀ ਅਤੇ ਬਹੁਤ ਹੀ ਅਹਿਮ ਖਬਰਾਂ ਦੇ ਉੱਤੇ ਅੱਜ ਚਰਚਾ ਹੋਈ। ਅੱਜ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਵੀ ਆ, ਉਸ ਦੇ ਵਿੱਚ ਵੀ ਕਈ ਫੈਸਲੇ ਜਿਹੜੇ ਆ ਉਹ ਲੈ ਜਾਣ ਦੀ ਗੱਲ ਕੀਤੀ ਜਾ ਰਹੀ ਆ। ਸੋ ਅੱਜ ਸ਼ਾਮ ਤੱਕ ਪਤਾ ਲੱਗ ਜਾਏਗਾ ਕਿ ਕਿਹੜੇ ਫੈਸਲੇ ਆਉਂਦੇ ਆ। ਸੋ ਉਹਨਾਂ ਦੇ ਉੱਤੇ ਵੀ ਅਗਲੇ ਪ੍ਰੋਗਰਾਮ ਦੇ ਵਿੱਚ ਚਾਨਣਾ ਪਾਵਾਂਗੇ ਅਤੇ ਹੋਰ ਕੁਝ ਅਹਿਮ ਖਬਰਾਂ ਜਿਹੜੀਆਂ ਆ ਉਹ ਲੈ ਕੇ ਤੁਹਾਡੇ ਸਨਮੁਖ ਹਾਜ਼ਰ ਹੋਵਾਂਗੇ। ਸੋ ਪ੍ਰੋਗਰਾਮ ਕਰੰਟ ਅਫੇਅਰਸ ਦਾ ਸਮਾਂ ਜਿਹੜਾ ਆ ਉਹ ਇੱਥੇ ਹੀ ਸਮਾਪਤ ਹੁੰਦਾ ਹੈ। ਤੁਹਾਡੇ ਤੋਂ ਆਗਿਆ ਚਾਹਾਂਗੇ, ਬੁਲਾਉਂਦੇ ਹਾਂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।